श्लोक नानक नाम नाम जप जपिया अंतर बाहर रंग गुरपुरै उपदेसिया नरक नाहे साध संग। पौड़ी नन्ना नरक परहै ते नाही जाकै मन तन नाम बसाही। नामन निधान गुरमुख जो जपते बिख माया में नावे खपते। नना का न होता ताको नाम मंत्र गुर दीनो जाको। निध निधान हरे अमृत पूरे तह बाजे नानक अनहद तूरे। निध निधान हर अमृत पूरे तह बाजे नानक अनहद तूरे। वाहिगुरु जी का खालसा वाहिगुरु जी की फतेह। जुगो जुग अटल चबर छतर तख्त दे मालक हाजरा हजूर जारा जहूर सर्व कला भरपूर समरथ सतगुरु साहिब श्री गुरु ग्रंथ साहिब महाराज जिन्हां दी पावन पवित्र मुकद्दस गोद अंदर ढलदी हुई शाम गुरु पातशाह का पावन दरबार सजिया है। रोज़ाना की तरह असी गुरु चरणों विच गुरु आसे अनुसार पुजे हाँ। साहिबा दे जमाती नितनेम साडे रहरास साहब का पाठ आप जी ने सरवण किया है अते नाल अरदास हुक्मनामा साहब लड़ीवार शब्द विचार श्लोक अते पौड़ी अगलेरा 52 अखरी का आप जी ने हुणे सरवण किया। इसे दी विचार गुरु पातशाह कृपा करके करवा लैन। सो इस खाकसर नूं कुछ कहण की इजाजत देंदे हुए जिन्ने हाजरीन हाजिर बैठे हो एक बार रसना पवित्र करिए फिर शब्द विचार आखो। वाहिगुरु 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 वाहिगुरु। सतगुरु गुरु अर्जुन देव पातशाह अगला श्लोक नानक नाम नाम जप जपिया अंतर बाहर रंग गुरपुरै उपदेसिया नरक नाहे साध संग। साहिब महाराज कहते नानक नाम गुरु ग्रंथ साहिब के अंदर नानक नाम 3 रूप विच आउंदा है। एक नन्ना मुक्ता है नानक, एक औंकड़ लग जाता कक्के नूं नानक,
ਤੇ ਇੱਕ ਕੱਕੇ ਨੂੰ ਸਿਆਰੀ ਹੁੰਦੀ ਹੈ ਨਾਨਕ। ਇੱਕ ਵਚਨ ਜਿੱਥੇ ਹੁੰਦਾ ਹੈ, ਇੱਕ ਵਚਨ ਦਾ ਮਤਲਬ ਹੁੰਦਾ ਹੈ, ਉੱਥੇ ਗੁਰੂ ਪਾਤਸ਼ਾਹ ਆਪਣੇ ਆਪ ਨੂੰ ਸੰਬੋਧਨ ਕਰਦੇ ਨੇ ਬਹੁਤ ਥਾਂ ਤੇ ਕਈ ਜਗ੍ਹਾ ਤੇ ਸਿਰਫ ਮੁਕਤਾ ਹੀ ਹੁੰਦਾ, ਨਾਨਕ ਲਿਖਿਆ ਹੁੰਦਾ। ਉਸ ਮੋਹਰ ਹੈ, ਸਟੈਂਪ ਆ। ਜਿਵੇਂ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੈ ਤਾਂ ਵੀ ਨਾਨਕ ਲਿਖਿਆ ਹੈ, ਗੁਰੂ ਤੇਗ ਬਹਾਦਰ ਦੀ ਬਾਣੀ ਹੈ ਤਾਂ ਵੀ ਨਾਨਕ ਲਿਖਿਆ ਹੈ। ਮਤਲਬ ਉਹਨਾਂ ਨੇ ਆਪਣਾ ਨਾਂ ਜਿਹੜਾ ਏ ਉੱਥੇ ਨਹੀਂ ਵਰਤਿਆ, ਸਿਰਫ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਵਰਤਿਆ, ਨਾਨਕ। ਉਹ ਨਾਨਕ ਜਿਹੜਾ ਮੁਕਤਾ ਵਾਲਾ ਹੈ, ਉਹ ਸਾਰਾ ਜਿਹੜਾ ਹਰ ਥਾਂ ਤੇ ਮੋਹਰ ਦੀ ਤਰ੍ਹਾਂ, ਸਟੈਂਪ ਦੀ ਤਰ੍ਹਾਂ ਵਰਤਿਆ ਹੈ, ਉਹ ਹੈ। ਜਿੱਥੇ ਔਂਕੜ ਲੱਗ ਜਾਏ, ਉਹ ਜੇ ਗੁਰੂ ਨਾਨਕ ਦੀ ਬਾਣੀ ਹੈ ਤਾਂ ਵੀ ਆਪਦੇ ਆਪ ਦਾ ਜ਼ਿਕਰ ਕੀਤਾ ਹੈ। ਜਦੋਂ ਅਸੀਂ ਪੜ੍ਹਦੇ ਹਾਂ ਨਾ, ਅਸੰਖ ਜਪ ਸੰਖ ਪਾਓ, ਇਹ 3 ਪੌੜੀਆਂ ਨੇ ਅਸੰਖ ਦੀਆਂ। ਜਿਹੜੀ ਪਹਿਲੀ ਹੈ ਉਹ ਅਸੰਖ ਜਪ ਦੀ ਹੈ, ਜਿਹੜੀ ਤੀਜੀ ਹੈ ਅਸੰਖ ਨਾਮ ਅਸੰਖ ਥਾਮ ਦੀ ਹੈ, ਤੇ ਜਿਹੜੀ ਮਿਡਲ ਦੇ ਵਿੱਚ ਹੈ ਨਾ ਉਹ ਹੈਗੀ ਅਸੰਖ ਮੂਰਖ, ਅੰਧ ਘੋਰ, ਅਸੰਖ ਚੋਰ, ਹਰਾਮ ਖੋਰ। ਗੁਰੂ ਨਾਨਕ ਪਾਤਸ਼ਾਹ ਨੇ 3 ਪੌੜੀਆਂ ਦਾ ਜਦੋਂ ਸਮਾਪਨ ਹੁੰਦਾ ਨਾ, ਪਹਿਲੀ ਪੌੜੀ ਦਾ ਸਮਾਪਨ ਹੁੰਦਾ, ਉਹਦੇ 'ਚ ਵੀ ਆਪਣਾ ਨਾਂ ਨਹੀਂ ਵਰਤਿਆ ਤੇ ਨਾ ਹੀ ਲਾਸਟ ਵਿੱਚ ਨਾਂ ਵਰਤਿਆ। ਜਿਹੜੀ ਮਿਡਲ ਦੇ ਵਿੱਚ ਆਉਂਦੀ ਹੈ ਅਸੰਖ ਮੂਰਖ ਵਾਲੀ, ਕਿਤੇ ਬੰਦਾ ਸੋਚ ਲਏ ਮਤਲਬ ਕਿੰਨੀ ਯੂਨੀਕ ਤੇ ਮਹਾਰਾਜ ਨੇ ਸਹਿਜ ਦੇ ਵਿੱਚ ਬਾਣੀ ਲਿਖੀ ਹੈ। ਉੱਥੇ ਜਾ ਕੇ ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਫਿਰ ਆਉਂਦਾ ਗਿਆ ਸੰਖ ਨਾਮ ਸੰਖ ਥਾਮ ਅਗੰਮ ਅਗੰਮ। ਕਹਿਣ ਤੋਂ ਮੁਰਾਦ ਹੈ ਉੱਥੇ ਬਾਬੇ ਨੇ ਨਾਨਕ ਸ਼ਬਦ ਵਰਤਿਆ, ਉਹ ਨਾਨਕ ਔਂਕੜ ਲਾ ਦਿੱਤਾ, ਭਾਵ ਹੈ ਉਹ ਮੋਹਰ ਨਹੀਂ ਲਿਖੀ, ਉੱਥੇ ਆਪਦੇ ਆਪ ਨੂੰ ਸੰਬੋਧਨ ਕੀਤਾ ਹੈ। ਤੇ ਕਈ ਜਗ੍ਹਾ ਤੇ ਸਿਆਰੀ ਲੱਗ ਜਾਂਦੀ ਹੈ। ਹੁਣ ਇੱਥੇ ਸ਼ਬਦ ਵਰਤਿਆ ਨਾਨਕ ਨਾਮ, ਨਾਮ ਜਪ ਜਪਿਆ। ਜੇ ਤਾਂ ਔਂਕੜ ਹੁੰਦਾ ਫਿਰ ਤਾਂ ਸਮਝ ਪੈ ਜਾਣੀ ਸੀ ਵੀ ਗੁਰੂ ਨਾਨਕ ਸਾਹਿਬ ਨੂੰ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ। ਤੇ ਸਾਹਿਬ ਨੇ ਨਾਨਕ ਅੱਖਰ ਤਾਂ ਵਰਤਿਆ, ਨਾਨਕ ਦੇ ਵੀ ਨੰਨਾ ਲੱਗਦਾ ਹੈ, ਨਾਮ ਦਾ ਵੀ ਨੰਨਾ ਹੈ, ਕਿਉਂਕਿ ਅੱਖਰ ਹੀ ਨੰਨਾ ਆ ਰਿਹਾ। ਇਹ ਜਿਹੜੀ 52 ਅੱਖਰੀ ਦੇ ਵਿੱਚ ਨੰਨਾ ਅੱਖਰ ਹੈ, ਉਹ ਨੰਨੇ ਅੱਖਰ ਦੀ ਵਰਤੋਂ ਹੈ। ਕਹਿੰਦੇ ਨਾਨਕ ਨਾਮ ਨਾਮ ਜਪ ਜਪਿਆ, ਫਿਰ ਅੰਤਰ ਬਾਹਰ ਰੰਗ। ਜਿਨ੍ਹਾਂ ਬੰਦਿਆਂ ਨੂੰ ਨਾਨਕ ਜੀ ਕਹਿੰਦੇ ਨਾਮ ਦਾ ਰੰਗ ਚੜ ਜਾਂਦਾ ਹੈ ਨਾ, ਅੰਤਰ ਬਾਹਰ। ਅੰਤਰ ਬਾਹਰ ਹੁੰਦਾ ਹੈ ਸਾਡੀ ਦੋਨੀ ਅਵਸਥਾ ਨੇ, ਇਹਨੂੰ ਕਈ ਰੂਪ ਵਿੱਚ ਬਿਆਨ ਕਰਿਆ ਜਾਂਦਾ। ਅੰਤਰ ਹੁੰਦਾ ਹੈ ਅੰਦਰ, ਬਾਹਰ ਹੁੰਦਾ ਹੈ ਬਾਹਰ। ਬਾਹਰ ਕਿਵੇਂ ਰੰਗ ਚੜਿਆ ਲੱਗਦਾ ਹੈ? ਕਈ ਤਾਂ ਬਾਹਰੋਂ ਰੰਗ ਦਿਸਦਾ ਹੁੰਦਾ ਵੀ ਰੰਗ ਚੜਿਆ, ਅੰਦਰ ਨਹੀਂ ਹੁੰਦਾ। ਇਹਨੂੰ ਬਾਬਾ ਫਰੀਦ ਜੀ ਨੇ ਕਿਹਾ ਨਾ ਵੀ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ। ਉਹ ਰੰਗ ਜਿਹੜਾ ਨਾ ਦੀਦਾਰ ਦਾ, ਪਰਮੇਸ਼ਰ ਦਾ ਜਿਹੜਾ ਕਹਿੰਦੇ, ਉਹ ਜਿਹੜੇ ਉਹ ਰੱਤੇ ਹੋਏ ਨੇ ਨਾ, ਉਹਦਾ ਤਾਂ ਅੰਦਰ ਬਾਹਰ ਇੱਕ ਹੈ। ਦਿਲੋਂ ਮੁਹੱਬਤ ਜਿਨ ਸਈ ਸੱਚਿਆਂ, ਦਿਲ ਤੋਂ ਮੁਹੱਬਤ ਹੈ ਉਹ ਸੱਚੇ ਨੇ। ਜਿਨ ਮਨ ਹੋਰ ਮੁਖ ਹੋਰ, ਮਤਲਬ ਦੋਨੇ ਬਾਹਰ, ਮੁਖ ਤੇ ਕੁਝ ਹੋਰ ਹੈ, ਬਾਹਰ ਕੁਝ ਹੋਰ ਹੈ, ਅੰਦਰੋਂ ਕੁਝ ਹੋਰ ਆ ਰਿਹਾ। ਉਹ ਸੇ ਕਾਂਡੇ ਕੱਚੇ ਆ, ਉਹਨਾਂ ਨੂੰ ਕੱਚੇ ਕਹਿਣਾ। ਕੱਚੇ ਕਹਿਣ ਤੋਂ ਮੁਰਾਦ ਹੈ ਵੀ ਉਹ ਪਰਪੱਕ ਨਹੀਂ ਹੈਗੇ, ਅੰਦਰ ਬਾਹਰ ਇੱਕ ਨਹੀਂ ਹੈਗੇ। ਇਹਨੂੰ ਹੋਰ ਸੌਖਾ ਕਰ ਲਓ ਵੀ ਕਹਿਣੀ ਤੇ ਕਥਨੀ 'ਚ ਫਰਕ ਹੈ। ਕਹਿਣੀ ਹੋਰ ਹੈ, ਕਥਨੀ ਹੋਰ ਹੈ। ਗੁਰੂ ਮਹਾਰਾਜ ਕਹਿੰਦੇ ਜਿਹੜਾ ਅੰਤਰ ਬਾਹਰ ਰੰਗ ਹੁੰਦਾ ਨਾ, ਉਹਦਾ ਮਤਲਬ ਹੈ ਵੀ ਅੰਦਰ ਜੋ ਮਨ ਦੇ ਫੁਰਨੇ ਨੇ ਉਹੀ ਬਾਹਰ ਨੇ, ਇੱਕ ਸੁਰਾ। ਅੰਤਰ ਬਾਹਰ ਇੱਕ ਹੈ। ਔਰ ਸਪਿਰਿਚੁਅਲ ਲਾਈਫ ਦੇ ਵਿੱਚ ਇਹ ਬਹੁਤ ਜ਼ਰੂਰੀ ਹੈ। ਮੰਨ ਲਓ ਜੇ ਅਸੀਂ ਬਾਹਰੋਂ ਤਾਂ ਕੁਝ ਹੋਰ ਕਰਦੇ ਹਾਂ, ਅੰਦਰ ਕੁਝ ਹੋਰ ਹੈ ਨਾ, ਸਾਡੀ ਕੌਨਸਨਟ੍ਰੇਸ਼ਨ ਹੀ ਨਹੀਂ ਬਣੇਗੀ, ਸਾਡਾ ਧਿਆਨ ਹੀ ਨਹੀਂ ਬਣੇਗਾ, ਸਾਡੀ ਸੁਰਤ ਹੀ ਨਹੀਂ ਟਿਕੇਗੀ। ਉਹ ਆਪਣੇ ਆਪ ਨਹੀਂ ਟਿਕਣੀ ਹੈਗੀ। ਆਪਦੇ ਫੁਰਨੇ ਕਰਕੇ ਆਪ ਹੀ ਬੰਦਾ ਦੁਖੀ ਹੁੰਦਾ ਹੈ, ਆਪਦੇ ਫੁਰਨਿਆਂ ਕਰਕੇ ਆਪ ਹੀ ਸੁਖੀ ਹੁੰਦਾ। ਕਿਉਂਕਿ ਜਿੰਨੇ ਅਸੀਂ ਕਲੈਕਟ ਕਰਦੇ ਹਾਂ ਉਨੇ ਹੀ ਸਾਡੇ ਕੋਲ ਜ਼ਿਆਦਾ ਹੁੰਦੇ ਨੇ, ਜਿੰਨੇ
ज़्यादा होंदे ने उन्ने बंदा दुखी हुंदा है। इहदे विच कारण की हुंदा, असीं कलैक्ट करी जाने आ, जो दिन तो लैके इधरों कुछ इकट्ठा करिया, इत्थों इकट्ठा कीता, इत्थों कीता। बल्कि बाणी कहती है तू इन्हां नूं खत्म कर, शब्द मरो फिर जीवो सद ही। शब्द दे नाल मारना है, शब्द नाल, शब्द एक है, शब्द उपदेश है, शब्द ज्ञान है। तो अंतर बाहर रंग जिहड़ा है उन्होंने चढ़ता है, अंदरों भी उही ने बाहरों भी उही ने। जिहड़े अंदरों बाहर अलग ने वो कच्चे ने। उन्होंने कहा भी दिलों मुहब्बत नहीं उन्हों दी, दिल तो मुहब्बत नहीं, बाहर मुहब्बत दिखावा है। दिलों मुहब्बत जिन सी सच्चियाँ, जिन मन होर मुख होर से कांडे कच्चियाँ। रत्ते इश्क खुदाए, जिहड़े रब दे इश्क दे, खुदा दे इश्क विच रत्ते हुए ने ना, वो कहते रत्ते इश्क खुदाए। रंग दीदार के विसरिया जिन नाम ते भोए भारती। वो धरती ते भार ने जिन्होंने रब विसरिया होया है। जिहड़े उहदे च रत्ते हुए ने वो फिर मुख भी नहीं मोड़ते। रत्ते सही जे मुख ना मुड़न। ये प्यार तो उसे कहते हैं ना, जिहड़ा बिपता पई ते दौड़ जे उन्होंने प्यार कहते, उन्होंने प्यार थोड़ी कहते हैं। जिमें बाणी ने कहा ना भी बिपत परी सब ही संग छाड़त को न आवत नेरा। बड़ा प्रेम है जी, बड़ा प्रेम है। कहते जो बिपता पई मुख ही मोड़ गए। ਇਹਦਾ मतलब प्रेम वो बाहरला सी, अंदरों नहीं सी। जिन्हों का प्रेम है वो मुख नहीं कदे मोड़ते। रत्ते सही जे मुख ना मुड़न, वो कदे भी नहीं मुख मोड़ते। दुख आ जाए, किसी किसी समस्या च आ जाए, वो ये थोड़ी भी मुख मोड़ते हैं। अक्सर इस कहने ना, मैं कई बार जिक्र किया, आम करके लोग पढ़ते रहते हैं भी मुख दुनिया मोड़ लवे, साइयां तू मुखड़ा ना मोड़। जिवें ना मतलब रब नूं कंपैल है भी रब ही जिहड़ा गड़बड़ करदा, रब ही करदा, असीं थोड़ी करदे हां। भी तू मुख ना मोड़ी, दुनिया दा की मोड़ लवे। ते जे रब अगों कह दे भी तू क्यों मोड़िया, फिर तू मेरे वाल, मेरा तेरे मुख हैगा मेरे वाल। रब भी तो कह ही सकदा ना। असीं रब नूं तां कहने आ मुख दुनिया मोड़ लवे, साइया तू मुखड़ा ना मोड़ी। मुख दुनिया मोड़, साइया तू मुखड़ा ना। कहंदे तू मुख ना मोड़ी, ਇਹਦਾ मकसद की है? रब का कोई फेस थोड़ी हैगा भी उन्हें चेंज किया एवें। रब वाल, रब का मुख की है? रब का तो मुख कोई है ही नहीं है। असीं कहने जी पता नहीं रब ने साडे तो निगाही फेर लई, रब ने मूँह मोड़ लिया जी। असीं किन्ने लफ्ज़ां च कहने आ, मतलब असीं सोचने भी सानूं लगदा भी रब साडे कने वेंहदा सी, परे नूं मूँह कर लिया। असलीयत बंदिया तू ही टर्न यू टर्न लिया है, रब वाल तेरा मुख ही नहीं हैगा। जे आपां कहीए ना रब इधरली साइड आ, तो फिर रब का साडा मूँह तां ही इधर होएगा जे साडा इस पासे नूं करांगे। तो फिर इधर तो रब है ही नहीं, इधर साडी पिठ होगी ना। जे रब सारी है फिर तू जिधर मर्जी घूमी जा, रब तो सारी है। असीं किवें कह दांगे रब ने मूँह मोड़ लिया? रब तो फिर जिधर तू मूँह मोड़िया उधर भी रब है। ਜਿਹੜੇ ਜਿਹੜੇ माफ़ी चाहांगा कुछ खिते ਜਿਹੜੇ ने धर्म की प्रपार्टी विच ये गल कही गई सी भी रब तो कोई पिछां नूं कहंदा, कोई कहंदा रब चढ़दी च रहिंदा है। तो चढ़दी कित्थे होएगी? नेपाल च। अगे चले जाओ, उदों गਾਂ अगे चले जाओ, कित्थे चढ़दी? चढ़दी घूमदी रहिंदी है। जिथों सूरज चढ़न लग जाता उत्थे चढ़दी होगी बस। जिथे लाइट पैनी शुरू होगी चढ़दी, चढ़दी तो मुकदी एवें पिछां नहीं मुकदा। क्योंकि जिन्होंने लोगों ने मान लिया भी इधर रब है, बाबा जी कहते कोऊ ओनू काहू ले लिंग गरे लटकायो, काहू लिख्यो और वाची दिशा में, काहू पछां को शीस नवायो। कोई पिछे नूं शीस नवाउंदा भी रब इस पासे है, भी इधर तो रब है ही नहीं। जे रब बाणी नूं पुछिए, गुरु पातशाह कहते रब सारी है, घट घट में चारे पासे। जे रब चारे पासे फिर रब का मुख किधर होएगा? रब का मुख नहीं, रब कदे मुख नहीं मोड़दा। मुख मोड़न का मतलब कि बंदिया तय रब वालों मुख मोड़िया होया है,
ਤੂੰ ਨਹੀਂ ਉਹਦੇ ਵੱਲ ਟਰਨ ਕਰ ਰਿਹਾ, ਤੂੰ ਨਹੀਂ ਉਸ ਵੱਲ ਜਾ ਰਿਹਾ। ਇਸ ਕਰਕੇ ਉਹ ਜਿਸ ਮਨੁੱਖ ਦਾ ਉਸ ਪਰਮਾਤਮਾ ਦੇ ਨਾਲ ਜੋੜ ਬਣ ਜਾਂਦਾ, ਸਮਝੋ ਰੱਬ ਦੇ ਕਿ ਨਹੀਂ ਮੁੱਖ। ਇਸ ਕਰਕੇ ਸਾਨੂੰ ਸ਼ਬਦ ਦਿੱਤਾ ਗੁਰਮੁਖ। ਗੁਰਮੁਖ ਜਿਹਦਾ ਮੁੱਖ ਗੁਰੂ ਵੱਲ ਹੋਵੇ ਉਹਨੂੰ ਕੀ ਕਹਿੰਦੇ ਨੇ? ਗੁਰਮੁਖ। ਤੇ ਹੁਣ ਸਾਡਾ ਤਾਂ ਸਾਰਿਆਂ ਦਾ ਗੁਰੂ ਵੱਲ ਮੁੱਖ ਹੀ ਹੈ, ਤੇ ਇਸ ਦੇ ਸਾਰੇ ਗੁਰਮੁਖ ਹੋ ਗਏ ਫਿਰ ਇਸ ਹਿਸਾਬ ਨਾਲ। ਤੇ ਜਦੋਂ ਗੁਰੂ ਅਰਜਨ ਪਾਤਸ਼ਾਹ ਨੂੰ ਸ਼ਹੀਦ ਕਰਨ ਵਾਲੇ ਜਲਾਦ ਨੇ, ਉਹਨਾਂ ਦਾ ਵੀ ਮੁੱਖ ਗੁਰੂ ਵੱਲ ਸੀਗਾ। ਕੀ ਉਹ ਗੁਰਮੁਖ ਸੀ? ਨਹੀਂ। ਇਹ ਮਨ ਦੀ ਅਵਸਥਾ ਹੈ। ਜਿਸ ਬੰਦੇ ਦਾ ਮਨ ਗੁਰੂ ਦੀ ਸਿੱਖਿਆ ਨਾਲ ਬਿਲਟ ਹੋ ਗਿਆ, ਜੁੜ ਗਿਆ, ਮਨ ਜੁੜਿਆ ਹੋਇਆ, ਮੁੱਖ। ਜੇ ਮਨ ਨਹੀਂ ਜੁੜਿਆ ਤੇ ਮਨ ਮੁੱਖ, ਜੇ ਮਨ ਗੁਰੂ ਨਾਲ ਜੁੜ ਗਿਆ ਤੇ ਗੁਰਮੁਖ। ਉਹ ਮਨ ਹੀ ਚੇਂਜ ਹੋ ਗਿਆ। ਮਨ ਨੇ ਹੀ ਗੁਰੂ ਦੀ ਸਿੱਖਿਆ ਵਿੱਚ ਗੁਰਮੁਖ ਬਣ ਜਾਣਾ, ਮਨ ਨੇ ਹੀ ਪਰਮੇਸ਼ਰ ਦੀ ਸਿੱਖਿਆ ਵਿੱਚ ਮਨ ਵੱਲ ਮੁੱਖ ਬਣ ਜਾਣਾ। ਤਾਂ ਜਿਸ ਦਾ ਮਨ ਗੁਰੂ ਵੱਲ, ਨਾਮ ਵੱਲ ਜੁੜ ਗਿਆ ਸਦਾ ਲਈ, ਨਾਨਕ ਨਾਮ, ਨਾਮ ਜਪ ਜਪ ਜਪਿਆ। ਕਹਿੰਦੇ ਨਾਨਕ ਨਾਮ, ਨਾਮ ਜਪ ਜਪਿਆ, ਅੰਤਰ ਬਾਹਰ ਰੰਗ। ਉਹਨਾਂ ਨੂੰ ਅੰਦਰੋਂ ਬਾਹਰੋਂ ਰੰਗ ਚੜ ਗਿਆ। ਅੰਦਰ ਬਾਹਰ ਰੰਗ ਦਾ ਮਤਲਬ ਵੀ ਇਹ ਹੁੰਦਾ। ਇਹ ਨਹੀਂ ਕਿ ਅੰਦਰ ਰੰਗ ਨਹੀਂ ਬਾਹਰ ਹੈ, ਬਾਹਰ ਰੰਗ ਦਿਖਾਵਾ, ਅੰਦਰ ਰੰਗ ਨਾ। ਅੰਦਰੋਂ ਵੀ ਬਾਹਰੋਂ ਵੀ, ਦੋਨਾਂ ਪੱਖ ਤੋਂ ਪਰਮੇਸ਼ਰ ਦਾ ਰੰਗ ਚੜਿਆ ਹੋਇਆ। ਭਾਵ ਉਹਨਾਂ ਦੇ ਜੀਵਨ ਦੀ ਜੋ ਕਹਿਣੀ ਹੈ ਉਹੀ ਕਥਨੀ ਹੈ। ਅਗਲੀ ਪੰਕਤੀ ਵਿੱਚ ਕਹਿੰਦੇ ਗੁਰਪੂਰੈ ਉਪਦੇਸਿਆ। ਗੁਰ ਰਾਰੇ ਨੂੰ ਸਿਹਾਰਿਆ, ਗੁਰੂ ਨੇ ਪੂਰਾ ਉਪਦੇਸਿਆ, ਪੂਰੇ ਗੁਰੂ ਨੇ ਉਪਦੇਸ਼ ਦਿੱਤਾ ਹੈ। ਤੇ ਅਧੂਰਾ ਗੁਰੂ ਉਪਦੇਸ਼ ਦੇਵੇਗਾ ਤੇ ਬੰਦਾ ਕੁਰਾਹੇ ਪੈ ਜਾਏਗਾ। ਜਿਹੜਾ ਪੂਰਾ ਗੁਰੂ ਉਪਦੇਸ਼ ਹੈ ਨਾ, ਤੇ ਉਹ ਫਿਰ ਸਹੀ ਡਾਇਰੈਕਸ਼ਨ ਦਿੰਦਾ ਹੈ। ਨਰਕ ਨਾਹੀਂ ਸਾਧ ਸੰਗ। ਜਿਸ ਮਨੁੱਖ ਦਾ ਸਾਧ ਸੰਗ ਦੇ ਵਿੱਚ ਜੋੜ ਹੈ, ਉਹ ਫਿਰ ਨਰਕ ਵਿੱਚ ਨਹੀਂ ਜਾਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਸ ਦਾ ਨਾਮ ਨਾਲ ਪ੍ਰੇਮ ਹੈ, ਜਿਹੜਾ ਨਾਮ ਕਰਕੇ ਰੰਗਿਆ ਹੋਇਆ ਹੈ, ਫਿਰ ਉਹ ਨਰਕਾਂ ਦਾ ਵਾਸੀ ਨਹੀਂ ਹੈ। ਇਹ ਨਰਕ ਤੇ ਸੁਰਗ ਦਾ ਮੈਂ ਜ਼ਰੂਰ ਕਹਾਂ, ਕਿਉਂਕਿ ਅਗਲਾ ਪੰਕਤੀ ਇੱਥੇ ਸ਼ੁਰੂ ਦੀ ਪੌੜੀ ਪਹਿਲਾਂ ਪੜ੍ਹੀਏ। ਨੰਨਾ ਨਰਕ ਪਰੇ ਤੇ ਨਾਹੀ। ਉਹ ਨਰਕਾਂ 'ਚ ਨਹੀਂ ਪੈਂਦੇ, ਉਹ ਨਰਕਾਂ 'ਚ ਨਹੀਂ ਜਾਂਦੇ। ਜਾਂ ਕੇ ਮਨ ਤਨ ਨਾਮ ਵਸਾਹੀ। ਜਿਨ੍ਹਾਂ ਦੇ ਮਨ ਤਨ ਨਾਮ ਵਸਦਾ ਹੈ, ਉਹ ਨਰਕਾਂ 'ਚ ਨਹੀਂ ਜਾਂਦੇ। ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਨਰਕ ਤੇ ਸੁਰਗ ਹੈ ਨਾ, ਅਸੀਂ ਬਣਾਇਆ ਹੋਇਆ ਤੇ ਅਸੀਂ ਉਹਨੂੰ ਖੰਡਨ ਕਰਦੇ ਹਾਂ। ਬਹੁਤ ਵਾਰੀ ਸੁਣਨ ਵਿੱਚ ਇਹੀ ਆਉਂਦਾ, ਲਓ ਜੀ ਬਸ ਇਹ ਤਾਂ ਬੰਦੇ ਦੇ ਐਡੇ ਕਰਮ ਨੇ, ਨਰਕਾਂ 'ਚ ਹੀ ਪੈਣਾ ਇਹਨੇ ਤਾਂ, ਤੇ ਅਸੀਂ ਬਾਹਲਿਆਂ ਨੂੰ ਸੁਰਗਵਾਸੀ ਬਣਾਇਆ ਹੋਇਆ। ਦੋ ਚੀਜ਼ਾਂ। ਤੇ ਜੇ ਕਿਤੇ ਬੰਦਾ ਕੋਈ ਬਾਹਲਾ ਦੁਖੀ ਹੋਵੇ, ਕਿਸੇ ਬਿਮਾਰੀ ਨਾਲ ਗ੍ਰਸਤ ਹੋਵੇ, ਜਾਂ ਬਾਹਲੀ ਮਾੜੀ ਹਾਲਤ ਹੋ ਜੇ ਨਾ, ਫਿਰ ਅਸੀਂ ਲੋਕ ਕੀ ਕਹਿ ਦਿੰਦੇ ਹਾਂ, ਲਓ ਜੀ ਨਰਕ ਸੁਰਗ ਕਿਹੜਾ ਕਿਤੇ ਹੋਰ ਆ, ਇੱਥੇ ਹੀ ਭੁਗਤਣਾ ਪੈਂਦਾ। ਤੇ ਉਹਨੂੰ ਪੁੱਛਿਆ ਵੀ ਜੇ ਇੱਥੇ ਭੁਗਤ ਰਿਹਾ, ਫਿਰ ਹੋਰ ਕਿਹੜੇ ਸੁਰਗਾਂ ਦੀ ਗੱਲ ਕਰਦੇ ਹਾਂ? ਅਸੀਂ ਉਹ ਕਹਿੰਦੇ ਹਾਂ ਨਾ ਵੀ ਦੇਖ ਲਓ ਜੀ ਬੰਦਾ ਹੋਰ ਇੱਥੇ ਨਰਕ ਸੁਰਗ ਹੈ ਜੀ, ਇੱਥੇ ਹੀ ਭੋਗੀ ਜਾਂਦਾ। ਨਾਲੇ ਤਾਂ ਅਸੀਂ ਇਹ ਗੱਲ ਕਹਿੰਦੇ ਹਾਂ, ਨਾਲੇ ਨਰਕਾਂ ਤੋਂ ਡਰੀ ਜਾਂਦੇ ਹਾਂ। ਨਰਕ, ਗੁਰਬਾਣੀ ਨੇ ਨਰਕ ਤੇ ਸੁਰਗ ਨੂੰ ਦੇਖੋ, ਇਹ ਧਰਮਸਾਲ ਹੈ। ਇੱਥੇ ਧਰਮ ਕਮਾਉਣ ਵਾਸਤੇ ਸੀ ਸ੍ਰਿਸ਼ਟੀ। ਰਾਤੀ ਰੁੱਤੀ ਥਿੱਤੀ ਬਾਹਰ, ਪਵਨ ਪਾਣੀ ਅਗਨੀ ਪਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਧਰਮ ਕਮਾਉਣ ਦੀ ਧਰਮਸਾਲ ਸੀ। ਇੱਥੇ ਹਰ ਚੀਜ਼ ਦਾ ਡਿਸੀਜਨ ਹੋ ਰਿਹਾ ਹੈਗਾ। ਨਰਕ ਹੈਗੇ ਨੇ, ਇੱਥੇ ਹੀ ਹੈਗੇ ਨੇ। ਤੁਸੀਂ ਦੇਖੋ ਇੱਕ ਛੋਟਾ ਜਿਹਾ ਨੁਕਤਾ ਸਾਹਿਬ, ਮੈਂ ਇਸ ਨੂੰ ਮੈਂ ਕਹਾਂ ਵੀ ਮੈਂ ਜੋ ਕਹਿ ਰਿਹਾ ਬਿਲਕੁਲ ਰਾਈਟ ਆ, ਹੋ ਸਕਦਾ ਮੈਂ ਰੋਂਗ ਹੋਵਾਂ। ਇਹ ਮੇਰੀ ਆਪਣੀ ਥਿਊਰੀ ਆ ਸਮਝਣ ਦੀ। ਲਾਸਟ ਟਾਈਮ ਦੇ ਵਿੱਚ ਨਾ ਜਦੋਂ ਕਰੋਨਾ ਦੀ ਗੱਲ ਹੋਈ ਸੀਗੀ, ਬੜਾ ਰੌਲਾ ਪਿਆ ਸੀ ਨਾ ਵੀ ਚਾਈਨਾ ਤੋਂ ਸ਼ੁਰੂ ਹੋਇਆ ਜੀ, ਚਾਈਨਾ ਵਾਲਿਆਂ ਨੇ ਫਲਾਣਾ ਜਾਨਵਰ ਖਾਧੇ ਜੀ, ਫਲਾਣੇ ਖਾਧੇ ਜੀ, ਫਲਾਣਾ ਖਾਧਾ ਜੀ, ਦੇਖੋ ਜੀ ਇਹ ਹੁਣ ਭੁਗਤਣਾ ਹੀ ਪੈਣਾ ਜੀ, ਐਵੇਂ ਹੋਇਆ ਸੀ, ਬੜਾ ਕੁਛ ਹੋਇਆ। ਇੱਕ ਛੋਟੀ ਜਿਹੀ ਐਗਜ਼ਾਮਪਲ ਪਹਿਲਾਂ ਸਮਝੋ। ਜਿਹੜੀ ਰੂਹ ਹੈ, ਜਿਹੜੀ ਸਾਡੇ ਅੰਦਰ ਰੂਹ ਹੈ, ਜਿਹਨੂੰ ਅਸੀਂ ਜੋਤ ਕਹਿੰਦੇ ਹਾਂ, ਬਾਣੀ ਦੀ ਪੰਕਤੀ ਨਾਲ ਚੱਲਣਾ, ਉਹ ਮਹਾਰਾਜ ਕਹਿੰਦੇ ਨੇ ਸਭ ਮੈਂ ਜੋਤ, ਜੋਤ ਹੈ ਰੱਬ ਤਾਂ ਸਾਰਿਆਂ 'ਚ ਹੀ ਵਸਦਾ ਨਾ, ਫਿਰ ਕੀੜਿਆਂ 'ਚ ਵੀ ਹੈ, ਹਾਥੀ 'ਚ ਵੀ ਰੱਬ ਵਸਦਾ, ਸਾਰਿਆਂ 'ਚ ਹੀ ਹੈ ਨਾ। ਹੁਣ ਇਹਨੂੰ ਹੋਰ ਪੜ੍ਹੋ, ਜਦੋਂ ਆਪਾਂ ਪੜ੍ਹਦੇ ਹਾਂ ਨਾ ਵੀ ਸਭੇ ਘਟ ਰਾਮ ਬੋਲੇ, ਰਾਮਾ ਬੋਲੇ,
राम बिना को बोलै रे, एकल माटी कुंचर चिट्टी भाजन है बहु नाना रे। इक्को ही मिट्टी है, चाहे वो कीड़ी बनी हुई है चाहे हाथी बनया, सारिਆਂ ਵਿੱਚ राम वसदा है। राम बोलदा कि नहीं? ये सानू उपदेश किया गुरु ग्रंथ साहब ने। रब सारिਆਂ 'ਚ वसदा ना, जे रब सारिਆਂ 'ਚ वसदा है फिर कड़ाहियां 'ਚ ਜਿਹੜੇ तल के खांदे ने, ਜਦੋਂ ਉਹ ਚੀਜ਼ ਨੂੰ ਖਾਂਦੇ ਨੇ ਤੇ ਉਹ ਜਿਹੜੀ ਚੀਜ਼ ਕੜਾਹੀ 'ਚ ਪਈ ਹੋਈ ਆ ਉਹਦੇ ਵਿੱਚ ਰੂਹ ਤਾਂ ਹੈਗੀ ਹੈ ਨਾ, ਰੱਬ ਤਾਂ ਤਲਿਆ ਹੀ ਜਾ ਰਿਹਾ ਨਾਲ। ਸਮਝੋ ਨੁਕਤੇ ਨੂੰ। ਮੈਂ ਬੇਨਤੀ ਤਾਂ ਕਰ ਰਿਹਾ, ਨਰਕ ਸੁਰਗ ਦਾ ਜਿਹੜਾ ਕਨਸੈਪਟ ਜੀ, ਨਰਕਾਂ 'ਚ ਜੀ ਬੜੀਆਂ ਸਜ਼ਾਵਾਂ ਮਿਲਦੀਆਂ ਨੇ, ਉੱਥੇ ਬੜੇ ਬੜੇ ਕੜਾਹੇ ਨੇ ਤੇਲ ਦੇ, ਉਹਦੇ 'ਚ ਤਲਦੇ ਨੇ, ਅੱਗ 'ਚ ਫੂਕਦੇ ਨੇ। ਇਹ ਸਪਸ਼ਟ ਹੈ, ਬਿਲਕੁਲ ਸਪਸ਼ਟ ਗੱਲ ਹੈ। ਸਪੋਜ਼ ਕਰੋ ਮੈਂ ਫਿਰ ਵੀ ਬੇਨਤੀ ਕਰਦਾ ਵੀ ਇਹਨੂੰ ਐਵੇਂ ਨਾ ਸਮਝੋ ਵੀ ਮੈਂ ਜਿਹੜੀ ਗੱਲ ਕਹਿ ਰਿਹਾ ਸਹੀ ਹੋ ਸਕਦਾ, ਤੁਹਾਡੇ ਮੁਤਾਬਕ ਗਲਤ ਹੋਵੇ, ਪਰ ਮੈਂ ਇਹਨੂੰ ਇਸ ਤਰ੍ਹਾਂ ਮੰਨਦਾ ਵੀ ਮੰਨ ਲਓ ਇੱਕ ਬੰਦਾ ਚੰਗਾ ਭਲਾ ਜੀਵਨ ਸੀ, ਪਰ ਉਹਨੇ ਜੀਵਨ ਦੇ ਵਿੱਚ ਕਰਮ ਇਹੋ ਜਿਹੇ ਕੀਤੇ, ਆਖਿਰਕਾਰ ਉਹਦੀ ਡੈਥ ਹੋ ਗਈ। ਡੈਥ ਹੋਣ ਤੋਂ ਬਾਅਦ ਬਾਣੀ ਦੇ ਵਿੱਚੋਂ ਮੈਂ ਬਾਹਰ ਸਾਰੀ ਗੱਲ ਕਰੂੰ, ਫਿਰ ਉਹਨੂੰ ਜਨਮ ਮਿਲ ਗਿਆ, ਮੱਛੀ ਦਾ ਮਿਲ ਗਿਆ। ਸਪੋਜ਼ ਕਰੋ ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ। ਮੀਨ ਬਣੇ ਮੱਛੀ, ਹੁਣ ਮੱਛੀ ਬਣ ਗਿਆ। ਮੱਛੀ ਮਛੇਰਿਆਂ ਨੇ ਫੜ ਲਈ, ਫੜੀ ਨਹੀਂ। ਹੁਣ ਉਹਦੇ ਕਰਮ ਇਹੋ ਜਿਹੇ ਸੀ ਨਾਲ ਹੀ ਸੀਗੇ, ਜਨਮ ਮੱਛੀ ਦਾ ਮਿਲ ਗਿਆ। ਹੁਣ ਕਰਮਾਂ ਦਾ ਹਿਸਾਬ ਤਾਂ ਆਉਣਾ ਸੀ। ਅਗਲੇ ਨੇ ਮੱਛੀ ਫੜੀ ਤੇ ਫੜ ਕੇ ਕੜਾਹੀ 'ਚ ਪਾ ਦਿੱਤੀ। ਕਿੱਥੇ ਗਿਆ? ਕਿਹੜੇ ਨਰਕ 'ਚ ਗਿਆ? ਕਹਿੰਦੇ ਜੀ ਨਰਕਾਂ 'ਚ ਸਜ਼ਾ ਮਿਲਦੀਆਂ ਨੇ। ਕੀ ਕਰਦੇ ਨੇ ਜੀ? ਕੜਾਹਿਆਂ 'ਚ ਤਲਦੇ ਆ। ਤਲਿਆ ਗਿਆ। ਹੁਣ ਜਦੋਂ ਕੋਈ ਵੀ ਜਿਉਂਦਾ ਹੈ ਤਾਂ ਉਹਨੂੰ ਤਕਲੀਫ ਤਾਂ ਉਹਦੀ ਰੂਹ ਨੂੰ ਹੁੰਦੀ ਹੈ ਨਾ, ਰੂਹ ਹੀ ਤੜਫਦੀ ਹੈ ਅੰਦਰ। ਮੱਛੀ ਨੂੰ ਤਾਂ ਪਤਾ ਵੀ ਮੈਂ ਕੜਾਹੀ 'ਚ ਤਲੀ ਦਿਆਂ, ਵੀ ਆਹ ਜਿਹੜਾ ਉੱਪਰ ਮੈਨੂੰ ਤਲ ਰਿਹਾ ਨਾ ਇਹ ਬੜਾ ਜਲਾਦ ਹੈ, ਐਂ ਹੋਏਗਾ ਨਾ। ਉਹਦਾ ਮਤਲਬ ਕੀ ਹੈ? ਜਿਹੜੀ ਉਹਦੇ 'ਚ ਰੂਹ ਹੈ ਉਹਦਾ ਲੇਖਾ ਜੋਖਾ ਇੱਥੇ ਹੀ ਹੋ ਰਿਹਾ ਨਾ, ਜਿਹੜੇ ਕਰਮ ਕੀਤੇ ਸੀ। ਗੁਰੂ ਪਾਤਸ਼ਾਹ ਨੇ ਇਤਿਹਾਸ ਦੀਆਂ ਕਈ ਜਗ੍ਹਾ ਜ਼ਿਕਰ ਕੀਤਾ ਹੈ। ਗੁਰਦੁਆਰਾ ਤਿੱਤਰ ਸਾਹਿਬ ਬਣਿਆ ਹੋਇਆ ਹੈ, ਤਿੱਤਰ ਦਾ ਉਧਾਰ ਕੀਤਾ ਹੈ। ਗੁਰੂ ਤੋਂ ਹੁਕਮ ਦੀ ਅਦੂਲੀ ਕੀਤੀ ਤੇ ਕਿਹਾ ਸੀ ਭਾਈ ਤੇਰਾ ਅਗਲਾ ਜਨਮ ਜਿਹੜਾ ਹੋਏਗਾ ਤੂੰ ਤਿੱਤਰ ਬਣ ਕੇ ਮਰੇਗਾ। ਗੁਰੂ ਦੇ ਬਚਨ ਸੀ। ਇਹਦਾ ਮਤਲਬ ਕੀ ਹੈ? ਫਿਰ ਮੈਂ ਬੇਨਤੀ ਕਹਿ ਰਿਹਾ ਵੀ ਨਰਕ ਤੇ ਸੁਰਗ ਕੋਈ ਹੋਰ ਨਹੀਂ ਹੈ ਵੀ ਸੁਰਗ ਦਾ ਗੇਟ ਖੁੱਲ੍ਹ ਜਾਣਾ ਜਿੱਥੇ ਜਾ ਕੇ ਸੁਰਗਵਾਸ ਹੁੰਦਾ। ਮਾਫੀ ਚਾਹਾਂਗਾ ਨਾ, ਸਾਰੀ ਜ਼ਿੰਦਗੀ ਕਲੇਸ਼ ਵਿੱਚ ਲੰਘ ਜਾਏ, ਝਗੜਿਆਂ ਵਿੱਚ ਲੰਘ ਜਾਏ, ਬਿਮਾਰੀਆਂ 'ਚ ਲੰਘ ਜਾਏ, ਦੁੱਖਾਂ ਵਿੱਚ ਲੰਘ ਜਾਏ, ਇਹ ਤੋਂ ਵੱਡਾ ਹੋਰ ਨਰਕ ਕੀ ਹੋ ਸਕਦਾ ਹੈ? ਜਦੋਂ ਮਾਂ ਪੁੱਤ ਨੂੰ ਦੇਖਦੀ ਹੈ ਨਾ ਨਸ਼ੇ ਦੇ ਵਿੱਚ, ਰਾਹ 'ਚ ਡਿੱਗਿਆ ਹੋਇਆ, ਨਸ਼ੇ। ਅੱਜ ਤੁਸੀਂ ਦੇਖਦੇ ਹੋ ਨਸ਼ੇੜੀ ਜਿਹੜੇ ਅੱਜ ਕੱਲ੍ਹ ਨਸ਼ੇ ਡਰੱਗ ਕਰਦੇ ਨੇ ਬੱਚੇ, ਅਤੇ ਉਹ ਮਾਂ ਬਾਪ ਕਿੰਨੇ ਕੁ ਦੁੱਖ ਭੋਗ ਰਹੇ ਹੋਣੇ ਨੇ। ਹੈ ਤਾਂ ਜੀਵਨ ਮਨੁੱਖ ਦਾ ਹੀ ਹੈ ਨਾ, ਪਰ ਜਿਹੜੀ ਉਹ ਤੜਫਣਾ ਹੈ, ਉਹ ਵੇਦਨਾ ਹੈ ਨਾ, ਉਹ ਤੜਫਣਾ ਵੇਦਨਾ ਨਰਕ ਹੀ ਤਾਂ ਹੈ। ਕਹਿੰਦੇ ਨਹੀਂ ਲੋਕ, ਕਹਿੰਦੇ ਵੀ ਇਦੋਂ ਵੱਡਾ ਹੋਰ ਕੀ ਨਰਕ ਹੋਏਗਾ ਜੀ। ਤੁਸੀਂ ਦੇਖੋ ਹਸਪੀਟਲ ਭਰੇ ਪਏ ਨੇ ਬਿਮਾਰੀਆਂ ਦੇ ਨਾਲ। ਐਸੀਆਂ ਬਿਮਾਰੀਆਂ ਨੇ ਜਿਨ੍ਹਾਂ ਦਾ ਕੋਈ ਨਾਂ ਲੈਣਾ ਵੀ ਡਰ ਲੱਗਦਾ ਬੰਦੇ ਨੂੰ। ਅਤੇ ਉਹ ਜਦੋਂ ਬੰਦਾ ਭੋਗਦਾ ਹੈ, ਕੋਈ ਬੜਾ ਬਰਲਾਪ ਕਰਦਾ ਹੈ, ਵਾਹਿਗੁਰੂ ਬਖਸ਼ੇ, ਤਾਂ ਉਦੋਂ ਉਹ ਕੀ ਹੈ? ਅਸੀਂ ਕਹਿੰਦੇ ਵੀ ਆਹ ਨਰਕ ਦੇਖੋ ਭੋਗ ਰਿਹਾ। ਮੰਜਿਆਂ 'ਤੇ ਪਏ ਨੇ, ਜੀਵਨ ਨਹੀਂ ਹੋ ਰਿਹਾ, ਬਦਲ ਨਹੀਂ ਰਿਹਾ, ਉਵੇਂ ਬਸ ਕੱਟੀ ਜਾ ਰਹੇ ਨੇ, ਦਵਾਈਆਂ ਮਿਲ ਰਹੀਆਂ, ਜੀਵਨ ਲੰਘ ਰਿਹਾ ਗਾ। ਇਹ ਕੀ ਹੈ? ਇਹ ਹੈ ਨਰਕ ਦਾ ਭੋਗ ਹੈ। ਜੇ ਸੱਚਾ ਸੁੱਚਾ ਜੀਵਨ ਹੈ, ਰੱਬ ਜੀ ਨੇ ਸੁੰਦਰ ਕਾਇਆ ਦਿੱਤੀ ਹੋਈ ਹੈ, ਵਾਹਿਗੁਰੂ ਨੇ ਸਵਾਸ ਚੰਗੇ ਦਿੱਤੇ ਹੋਏ ਨੇ, ਕੋਈ ਬਿਮਾਰੀ ਕੋਈ ਰੋਗ ਨਹੀਂ ਹੈ, 2 ਟਾਈਮ ਵਧੀਆ ਰੋਟੀ ਖਾਂਦੇ ਹਾਂ, ਹਾਜ਼ਮ ਕਰਦੇ ਹਾਂ, ਇਦੋਂ ਵੱਡਾ ਹੋਰ ਕੀ ਸੁਰਗ ਹੋਏਗਾ? ਪਰ ਇਹ ਉਦੋਂ ਨਹੀਂ ਮੰਨਦੇ ਸੀ। ਮੈਂ ਫਿਰ ਬੇਨਤੀ ਕਰਾਂ, ਜਦੋਂ ਆਇਆ ਨਾ ਕਰੋਨਾ, ਉਦੋਂ ਕਹਿੰਦੇ ਨਾ ਜੀ ਸਭ ਤੋਂ ਵੱਡੀ ਬੰਦੇ ਦੀ ਤੰਦਰੁਸਤੀ ਚਾਹੀਦੀ ਆ, ਪੈਸੇ ਦਾ ਕੀ ਆ? ਆਹ ਹੈ ਨਰਕ ਸੁਰਗ ਕੀ ਆ? ਇਹੀ ਹੈ। ਹੋਰ ਕਿਤੇ ਹੋਰ ਦੁਨੀਆ 'ਤੇ ਨਹੀਂ ਜਾਣਾ, ਇੱਥੇ ਭੋਗਣਾ ਹੈ। ਚੰਗਾ ਜੀਵਨ ਮਿਲ ਜਾਏ, ਚੰਗਾ ਜੀਵਨ ਗੁਜ਼ਾਰ ਕੇ ਜਾਏ, ਇਹ ਸੁਰਗ ਹੈ। ਸਵੇਰੇ ਵੀ ਅੱਜ ਦੇ ਹੁਕਮਨਾਮੇ ਦੇ ਵਿੱਚ ਇਹੀ ਗੱਲ ਕਹਿ ਰਿਹਾ ਸੀ ਮੈਂ, ਜਿਹੜੇ ਰੱਬ ਦੇ ਗੁਣ ਨੇ ਨਾ, ਗੁਣਾ ਕਰਕੇ ਹੀ ਰੱਬ ਦਾ ਨਾਂ ਹੈ, ਗੁਣਾ ਕਰਕੇ ਹੀ ਸਵਰਗ ਹੈ। ਜੇ ਗੁਣ ਨੇ, ਸਤ ਹੈ, ਸੰਤੋਖ ਹੈ, ਦਇਆ ਹੈ, ਪ੍ਰੇਮ ਹੈ, ਕੋਈ ਨਫ਼ਰਤ ਨਹੀਂ ਕਿਸੇ ਨਾਲ,
तो सारी जिंदगी मैं देखा कई सज्जन नफरत के विच ही लंघा जाते हैं, नरक भोग के चले गए। होर की नरक हुंदा है? गुरु पातशाह इहनूं कहंदे ने नन्ना नरक परे ते नाही, वो इस दुख च नहीं पैंदे, वो इन्हां कलेशां च नहीं पैंदे। क्यों? जाके मन तन नाम वसाही, जिन्हां दे अंदर नाम वसदा है, जिहड़े रब जी दे परमेश्वर दे नाम नाल जुड़े रहिंदे ने, ते उन्हां नरकां च नहीं जांदे है। हुण एक होर एग्जाम्पल लो, नरक का कॉन्सैप्ट जिहड़ा है फिर क्लीयर हो जाएगा। जिवें असीं की पढ़दे ना, निंदा भली किसे की नाही, किसे का मतलब एनीवन, कोई भी हो। निंदिया कहते निंदिया भली नहीं हैगी, किसी बंदी तो भली हो सकती। जे हुण कहीए पुतिन दी जिहड़ा है रूस का राष्ट्रपति है, जे उसकी निंदा करिए की आ, किन्ने बंब सुट रहा, ਉਹਦੀ की निंदा करन, ਉਹਦੀ निंदा करी कोई माड़ी थोड़ी है, ਇਹੋ ਜਿਹੇ बंदे का की है। पर बाबा जी कहते नो, निंदा भली किसे की नाही, किसे दी भी एनी मन। क्यों? तू क्यों उस चीज़ का तू रखवा बनता भी मैं ही इनू माड़ा कहना है। देखो नुकता ये गुण हैगा। बाबा जी कहते किसी की भी नहीं करनी। कई बड़े सज्जन ना गल घुमा के जी कह देंगे ने, लो जी निंदा करनी बहुत माड़ी, बिल्कुल, पर निंदा नहीं करनी चाहिए। सच नूं सच तो कहना चाहिए है ना, सच नूं सच कहना चाहिए, बिल्कुल सही गल है, पर सच का ढंडोरा नहीं पिटना चाहिए। मैं किसी का देखा चोरी करते नूं, देखो जी बड़ी माड़ी गल है, बंदे ने चोरी की, गल खत्म। पर जे मैं हरेक नूं आ देखो फलाने ने चोरी की, आ देखो ये की लै रहा, मैं जीव का रस लै रहा, ये निंदिया है, दूजे नूं माड़ा कह रहे हैं। साहब कहते निंदा भली किसे की नहीं, किसे दी भी निंदा करनी भली नहीं हो सकती, चंगी नहीं हैगी। पर जेड़े करते ने मन मुख मुगद करन, करन बहु वचन है, जेड़े मनमुख बंदे हुंदे ने ना, मुगद मूर्ख, वो करते ने निंदा फिर दूजे दी, मनमुख मुगद करन। तो महाराज इत्थे गल खत्म हो गई? नहीं नहीं, साहब कहते इत्थे नहीं निबड़ी, हजे तो रिजल्ट निकलना उसदा। आ है बुरा कर्म, तो इसकी सज़ा की है, निंदिया करन की सज़ा की है। निंदा भली किसे की नाही, मन मुख मुगद करन, मूँह काले तिना निंदका। की हुंदा मूँह काला तिना निंदका? अगे अगली पंक्ति पढ़ो, नरकी घोर पवन, घोर नरकां च डिग जाते हैं। ये किहड़ा नरक है? निंदिया करी है, निंदिया करी है, अजे मरिया तो नहीं भी नरकां च डिग पिया। निंदिया करने वाला बंदा हमेशा की ईरखा की अग विच सड़ता रहिंदा है, तां ही किसी की निंदिया करते रहना, माड़ा कही जाना एवं किसी को कही जाए जिन्ना मर्जी। कबीर साहब ने तो बड़ी डंके की चोर कहते, लोको निंदो निंदो मोको लोग निंदो, मैनू निंदो कहते निंदा जन को खरी प्यारी, मैनू तो प्यारी लगती है निंदा, मैनू जो मर्जी निंदी जाओ, निंदा करो मेरी। कि फिर वो कहते भी नहीं भाई, जे कोई निंदा करता है, निंदक हमरे कपड़े धोए, कहते नहीं साढ़े पाप धोंदा। लास्ट में जाके रिजल्ट की कढ़िया, कहते निंदक डूबा हम उतरे, वो निंदा ही करता रह गया, एवं लोगों भंडते ही रह गया, आ हो गया आ हो गया, तैं की लेना। कबीर साहब का एक छोटा जिहा नुकता आया। कबीर साहब जी ना जिथे रहिंदे सीगे उत्थे नाल ही किते कसाईयां दा घर सी, ते कसाईयां दा काम की हुंदा, सवेरे ही वो 4:30 बजे लग जाते हैं बकरे बढ़न, तां ही दिन 9 बजे टंगणगे। मेरे शहर दे विच ना जिस एरिए च रहिंदा सी स्टेशन वाले पासे, असीं कई वारी सैर कर जाना, 2 किलोमीटर गार ना एक बकरखाना बनया है। 4:30 3:30 बजे पता नहीं किन्ने क बकरे उत्थे पुट्ठे करके टंग के वो छिल के लियाउंदे ने, ते 8 बजे सारे शहर दे विच जिथे जिथे लोग टंग दिंदे ने, ते 4 बजे लगे हुंदे ने ना वो, ते उन्हां दा तां काम है, कसाई दा काम ही है। सवेरे जिन्हां ने छकना है वो दिने आउंदे ने। खैर वो जदों टंगदे ने ते कबीर साहब सवेरे आउंदे ने बाहर, वो सामने देखते हैं तो सवेरे कसाई लग्या होया। कबीर साहब का मन बड़ा उदास होया वेख के। एक दिन होया, दूजे दिन आए फिर मत्थे लग गया,
ਤੀਜੇ ਦਿਨ ਆਏ ਫਿਰ ਮੱਥੇ ਲੱਗ ਗਿਆ। ਐਂ ਹੁੰਦਾ ਨਾ, ਬਹੁਤ ਵਾਰੀ ਸਾਡੇ ਵੀ ਮੱਥੇ ਲੱਗਦੇ ਨੇ, ਕਿੱਥੋਂ ਤੜਕੇ ਮੱਥੇ ਲੱਗ ਗਿਆ, ਅਸੀਂ ਦੁਖੀ ਹੋਈ ਜਾਂਦੇ ਹਾਂ। ਫਿਰ ਕਬੀਰ ਸਾਹਿਬ ਕਹਿੰਦੇ ਨਾ ਨਾ ਕਬੀਰਾ ਤੇਰੀ ਝੌਂਪੜੀ, ਬਹੁਤ ਬਾਣੀ ਬਾਹਰ ਹੈ ਕਬੀਰ ਸਾਹਿਬ ਦੀ, ਇਹ ਬਾਣੀ 'ਚ ਨਹੀਂ ਹੈਗੀ। ਕਬੀਰਾ ਤੇਰੀ ਝੌਂਪੜੀ ਗਲ ਕਟਿਓ ਕੇ ਪਾਸ। ਗਲ ਕੱਟਣ ਮਤਲਬ ਕੀ ਹੈ? ਇਸ ਜਿਹੜੇ ਇਹ ਕਸਾਈਪਣਾ ਕਰਦੇ ਨੇ, ਜੋ ਕਰਨਗੇ ਸੋ ਭਰਨਗੇ, ਤੂੰ ਕਿਉਂ ਭਇਓ, ਤੈਨੂੰ ਕਾਹਦੀ ਉਦਾਸੀ ਹੈ। ਮੈਂ ਫਿਰ ਉਸ ਦਿਨ ਵੀ ਮੈਂ ਜ਼ਿਕਰ ਕੀਤਾ ਸੀ, ਬਾਬਰ ਨੇ ਹਮਲਾ ਕੀਤਾ, ਬਾਬਰ ਨੇ ਹਮਲਾ ਕੀਤਾ ਤੇ ਬਾਬਾ ਨਾਨਕ ਜਾਂਦਾ ਏ ਤੇ ਜਾ ਕੇ ਉਸ ਐਮਨਾਬਾਦ ਦੀ ਧਰਤੀ ਤੇ ਹਾ ਦਾ ਨਾਰਾ ਮਾਰਿਆ। ਕੀ ਕਿਹਾ ਸੀ? ਇਤੀ ਮਾਰ ਪਈ ਕਰ ਲਾਣਾ ਤੈਂ ਕੀ ਦਰਦ ਨਾ ਆਇਆ। ਰੱਬ ਜੀ ਤੈਨੂੰ ਦਰਦ ਹੀ ਨਹੀਂ ਆਇਆ। ਤੇ ਬਾਬਰ ਨੂੰ ਜਾ ਕੇ ਪੁੱਛਿਆ, ਬਾਬਰ ਨੂੰ ਵੀ ਤੂੰ ਇਹ ਕੀ ਕੰਮ ਕਰਦਾ, ਤੂੰ ਲੁਟੇਰਾ? ਕਹਿੰਦਾ ਮੈਂ ਲੁਟੇਰਾ ਥੋੜ੍ਹੀ, ਮੈਂ ਤਾਂ ਬਾਦਸ਼ਾਹ। ਫਿਰ ਕਹਿੰਦਾ ਬਾਦਸ਼ਾਹ ਵਾਲੇ ਕੰਮ ਕਰ, ਤੂੰ ਜਾਬਰਾਂ ਵਾਲੇ ਕਿਉਂ ਕਰਦਾ? ਇਹ ਸਮਝਾਉਣਾ ਸੀਗਾ, ਮਾੜਾ ਨਹੀਂ ਕਿਹਾ। ਗੁਰਬਾਣੀ ਦੇ ਵਿੱਚ ਮਾੜਾ ਨਹੀਂ, ਦੇਖੋ ਉਹਨਾਂ ਨੇ ਉਸੇ ਲਹਿਜੇ 'ਚ ਲਿਖਿਆ ਹੈ ਕਿ ਇਸ ਸੰਸਾਰ ਦੇ ਉੱਤੇ ਜਿਹੜਾ ਕਿਸੇ ਨੂੰ ਮਾੜਾ ਕਹਿਣਾ ਹੈ, ਆਪਦੀ ਈਰਖਾ 'ਚ ਅੱਗ 'ਚ ਸੜਨਾ ਹੈ। ਨਿੰਦਿਆ ਦੀ ਨਿੰਦਿਆ ਕਰਨੀ, ਈਰਖਾ ਦੀ ਅੱਗ 'ਚ ਸੜਨਾ ਹੈ। ਕਿਸੇ ਨੂੰ ਮਾੜਾ ਨਹੀਂ ਕਹਿਣਾ, ਸਗੋਂ ਕੀ ਕਹਿਣਾ? ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਤੇ ਫਿਰ ਜਦੋਂ ਕੋਈ ਬੁਰਾ ਨਹੀਂ ਹੈ, ਸਭ ਚੰਗੇ ਨੇ, ਹਮ ਨਹੀਂ ਚੰਗੇ, ਤੇ ਫਿਰ ਅਸੀਂ ਕਿਸੇ ਨੂੰ ਮਾੜਾ ਹੀ ਨਹੀਂ ਕਹਿਣਾ। ਤੇ ਜਦੋਂ ਅਸੀਂ ਕਿਸੇ ਨੂੰ ਮਾੜਾ ਹੀ ਨਹੀਂ ਕਹਿਣਾ, ਸਾਰਿਆਂ ਵਿੱਚ ਨਿਰੰਕਾਰ ਦਿਸਦਾ, ਵਾਹਿਗੁਰੂ ਦਿਸਦਾ। ਜਦੋਂ ਸਾਰਿਆਂ ਵਿੱਚ ਰੱਬ ਦਿਸਦਾ ਹੈ, ਫਿਰ ਅਸੀਂ ਕਿਵੇਂ ਉਹਨਾਂ ਨੂੰ ਮਾੜਾ ਕਹਾਂਗੇ ਤੇ ਅਸੀਂ ਨਰਕਾਂ ਦੇ ਭਾਗੀ ਕਿਵੇਂ ਬਣਾਂਗੇ? ਅਸੀਂ ਕਿਸੇ ਨੂੰ ਮਾੜਾ ਕਹਿਣਾ ਹੀ ਨਹੀਂ। ਇਹ ਹੈ ਨਾਮ। ਰੱਬ ਦੇ ਗੁਣਾਂ ਰਾਹੀਂ ਵੀ ਨਾਮ ਹੈ, ਨਾਮ ਰਾਹੀਂ ਵੀ ਨਾਮ ਹੈ। ਬਾਬਾ ਜੀ ਕਹਿੰਦੇ ਨੰਨਾ ਨਰਕ ਪਰੇ ਤੇ ਨਾਹੀਂ, ਉਹ ਨਰਕਾਂ 'ਚ ਨਹੀਂ ਪੈਂਦੇ। ਤੇ ਜਾ ਕੇ ਮਨ ਤਨ ਨਾਮ ਵਸਾਹੀ, ਜਿਨ੍ਹਾਂ 'ਚ ਨਾਮ ਦੀ ਬਰਕਤ ਹੈ, ਜਿਹੜੇ ਰੱਬ ਦੀ ਜੋਤ ਦੇਖਦੇ ਨੇ ਸਾਰਿਆਂ ਵਿੱਚ, ਉਹ ਫਿਰ ਨਰਕਾਂ ਦੇ ਭਾਗੀ ਨਹੀਂ ਬਣਦੇ, ਉਹ ਨਰਕ ਨਹੀਂ ਭੋਗਦੇ ਹੈ। ਤੇ ਅੱਗੇ ਕਹਿੰਦੇ ਨਾਮ ਨਿਧਾਨ ਗੁਰਮੁਖ ਜੋ ਜਪਤੇ, ਜਿਹੜੇ ਗੁਰਮੁਖ ਸਦਾ ਰੱਬ ਦੇ ਨਾਮ ਨੂੰ ਜਪਦੇ ਰਹਿੰਦੇ ਨੇ, ਰੱਬ ਜੀ ਦੇ ਉਪਦੇਸ਼ ਵਿੱਚ ਰਹਿੰਦੇ ਨੇ, ਰੱਬੀ ਗੁਣਾਂ ਵਿੱਚ ਰਹਿੰਦੇ ਨੇ। ਰੱਬ ਦਾ ਨਾਮ ਹੀ ਹੈ ਭਾਈ, ਕਿਸੇ ਦੇ ਉੱਤੇ ਦਇਆ ਕਰਨੀ, ਇਹ ਰੱਬ ਦਾ ਹੀ ਨਾਮ ਹੈ। ਤੁਸੀਂ ਵੇਖ ਰਹੇ ਹੋ ਨਾ ਕਿ ਇਹ ਕੀ ਹੈ, ਜਦੋਂ ਆਪਣੀ ਰੱਬ ਜੀ ਨੇ ਸਭ ਨੂੰ ਤਾਣ ਦੇ ਕੇ ਭੇਜਿਆ। ਜਿਵੇਂ ਨਾ ਤੁਸੀਂ ਰੋਜ਼ ਪੜ੍ਹਦੇ ਹੋ, ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸਾ। ਕੋਈ ਗਾ ਰਿਹਾ, ਕੋਈ ਕਿਵੇਂ ਗਾ ਰਿਹਾ, ਕੋਈ ਕਿਵੇਂ ਗਾ ਰਿਹਾ। ਜਿਸ ਨੂੰ ਵੀ ਜਿੰਨਾ ਕੁ ਉਹਨੇ ਤਾਣ ਦਿੱਤਾ ਨਾ, ਉਹ ਉਨੀ ਕੁ ਤਾਣ ਲੈ ਕੇ ਬੈਠਾ ਹੈ। ਭਾਵੇਂ ਉਸ ਕੀੜੀ ਹੈ, ਉਹਦਾ ਵੀ ਤਾਣ ਹੈ। ਇੱਕ ਸੂਰਜ ਹੈ, ਉਹਦੇ ਕੋਲ ਵੀ ਤਾਣ ਹੈ। ਤਾਣ ਦਾ ਮਤਲਬ ਕੀ ਹੈ? ਰੱਬ ਜੀ ਦੀ ਸਪਾਇਆ ਸਮਰੱਥਾ। ਪਰ ਜਦੋਂ ਹੀ ਉਹ ਰੱਬ ਜੀ ਦੀ ਤਾਣ ਤੋਂ ਟੁੱਟ ਕੇ ਆਪਦੇ ਵੱਲ ਜੁੜਦਾ, ਕਹਿੰਦਾ ਮੈਂ ਹੈਗਾ, ਉਦੋਂ ਹੁੰਦੀ ਹੈ ਈਗੋ, ਉਦੋਂ ਹੁੰਦਾ ਹੰਕਾਰ। ਜੇ ਉਹ ਕਹਿੰਦਾ ਵੀ ਰੱਬ ਦਾ ਤਾਣ ਹੈ, ਸਾਹਿਬ ਨਿਤਾਣਿਆਂ ਕਾ ਤਾਣ, ਇਹ ਨਿਤਾਣਿਆਂ ਦਾ ਤਾਣ ਉਹ ਹੈ। ਬੰਦਾ ਕਹਿੰਦਾ ਨਹੀਂ ਨਹੀਂ ਨਹੀਂ, ਕਿਹੜਾ ਤਾਣ, ਮੈਂ ਹੈ ਸਭ ਕੁਛ। ਹੁਣ ਆਹ ਕੀ ਹੈ? ਇਹੀ ਆ ਜਿਹੜੇ ਅੱਜ ਦੇ ਤੁਸੀਂ ਦੇਖ ਰਹੇ ਹੋ, ਜੇ ਜੰਗ ਦੀ ਗੱਲ ਕਰਦੇ ਆ, ਕਿਆ ਹੈ? ਈਗੋ ਖੜੀ ਹੈ ਦੋਨਾਂ ਦੀ। ਉਹ ਕਹਿੰਦਾ ਮੈਂ ਪਿੱਛੇ ਨਹੀਂ ਹਟਾਂਗਾ, ਉਹ ਕਹਿੰਦਾ ਮੈਂ ਤਬਾਹ ਕਰ ਦੇਣਾ ਸਾਰਾ ਕੁਛ। ਬਸ ਆਹ ਈਗੋ ਹੈ, ਦੁਨੀਆ ਕਲਪ ਰਹੀ ਹੈ। ਤੇ ਜਿੱਥੇ ਹੁਣ ਤੁਸੀਂ ਅੱਜ ਦੀ ਸਟੇਜ ਵਿੱਚ ਵੀ ਪਰਮਾਣੂ ਦੇ ਵੀ ਇੱਥੇ ਤੱਕ ਅਲਰਟ ਵੱਜ ਚੁੱਕਿਆ ਵੀ ਪਰਮਾਣੂ ਵੀ ਯੂਜ਼ ਹੋ ਸਕਦਾ ਹੈ, ਪਰ ਇਹ ਕੌਣ ਕੇਅਰ? ਹੂ ਕੇਅਰ? ਕੋਈ ਕੇਅਰ ਨਹੀਂ ਹੈਗੀ। ਮਨੁੱਖ ਲਈ ਨਹੀਂ ਹੈ, ਆਪਣੀ ਈਗੋ ਲਈ ਹੈ। ਇੱਕ ਬੰਦਾ ਦੁਨੀਆ ਉਹਦੇ ਖੁਦ ਦੇ ਸ਼ਹਿਰ ਦੇ ਰਹਿਣ ਵਾਲੇ ਉਹਨੂੰ ਪ੍ਰਲਾਪ ਕਰਦੇ ਨੇ, ਤੜਫ ਰਹੇ ਨੇ ਵੀ ਲੋਕ ਵੀ ਬੰਦ ਕਰ। ਹੁਣ ਤਾਂ ਮੇਰੇ ਖਿਆਲ ਪੂਰੇ ਯੂਰਪ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਥਾਂ ਥਾਂ 'ਤੇ ਜਿਹੜਾ ਹੈ ਇਹਦੀ ਵਿਰੋਧਤਾ ਕੀਤੀ ਜਾ ਰਹੀ ਵੀ ਇਹਨੂੰ ਬੰਦ ਕਰਨਾ ਚਾਹੀਦਾ ਹੈ। ਕਿਉਂਕਿ ਦੁਨੀਆ ਨਾ, ਤੁਸੀਂ ਦੇਖੋ, ਇਹ ਤਾਂ ਬਹੁਤ ਵੱਡੀ ਗੱਲ ਹੈ। ਬੰਦਾ ਤਾਂ 24 ਆਵਰਸ ਕੰਟੀਨਿਊ ਹੋਰ ਹੀ ਟੈਨਸ਼ਨਾਂ 'ਚ ਬੜੀਆਂ 'ਚ ਫਿਰਦਾ ਹੈ। ਘਰ ਦੇ ਵਿੱਚੋਂ ਕੰਮ 'ਤੇ ਜਾਣਾ ਹੈ, ਕੰਮ ਦੀਆਂ ਕਿੰਨੀਆਂ ਸਮੱਸਿਆਵਾਂ, ਹੋਰ ਕਿੰਨੀਆਂ ਸਮੱਸਿਆਵਾਂ, ਸੋਸ਼ਲ ਲਾਈਫ 'ਤੇ ਕਿੰਨੀਆਂ, ਫੈਮਿਲੀ ਮੈਟਰ 'ਤੇ ਕਿੰਨੀਆਂ ਸਮੱਸਿਆ। ਬੰਦਾ ਤਾਂ ਵੈਸੇ ਹੀ ਦੁਖੀ ਹੋਇਆ ਪਿਆ ਰਹਿੰਦਾ। ਆਹ ਜਿਹੜੀ ਹਰਾਸਮੈਂਟ ਮਿਲਦੀ ਹੈ ਵੱਖਰੀ ਹੈ, ਅਤੇ ਫਿਰ ਕਿੱਥੇ ਬੰਦਾ ਦੌੜੇਗਾ?
घर तो बंदा सोचता भी इत्थे जाइए, तो हुण जे पूरे अपने एक देश दे विच ही बंदा सुरक्षित नहीं है, फिर होर किहड़ी धरती ते जाके पुकार करेगा, होर किहदी बांह फड़ेगा। हुण यही रीजन हो रहे, जिहड़े लोग हुण उत्थों नੱਠ रहे ने बेचारे, अपनी जान बचा रहे, उन्हां दी हालत असीं वेख ही रहे हैं भी किवें हो रही है, पर जिहड़े दूसरे वाले नूं होर टॉर्चर कर रहे हैं। ये की आ, मनुखता दे नाल प्यार नहीं है, ईगो खड़ी है, अहंकार। जिथे ईगो होएगी उत्थे कंध हो जाएगी। की हुंदी आ? कंधां होई हुई ने, इधरले पासे रूस है, इधरले पासे यूक्रेन है, किन्ना क विचाले कंध ही है, यही नहीं टुटदी। पढ़ लो हुण, किव सचियारा किव कूड़ा किवें टुटे पाले। ये कूड़ दी कंध है, यही बनी है, मन च बन गई, चाहे संसार च बन गई, चाहे घर च बन गई, कूड़ खड़ा हुंदा उत्थे जिथे। जे प्यार है तो फिर हंकार काहदा? प्यार नहीं ना मनुखता दे नाल। इस करके ये की आ, यही नरक है, ईगो दा, हंकार दा, निंदिया दा, चुगली दा, बंदा इच साड़े च सड़दा रहिंदा। ये है नरक जिहड़ा अंदर पिया रहिंदा। साहिब कहंदे जिहड़े नाम जपदे ने, बिख माया मैं ना ओए खपते, फिर वो बिख दी माया च खपदे नहीं हैगे, नहीं तो खप रहे ने। संसार खपदा है काहदे च? बिख दे विच, जहर दे विच। ते महाराज कहंदे ननाकार ना होता ता कहो, नाम मंत्र गुण दीनो जाको। जिन्हां नूं गुरु ने नाम दा मंत्र दे दिता ना, साहिब कहंदे फिर ओह ये संसार दे विच दुखी नहीं हुंदे है, क्योंकि उन्हां कोल गुरु दा मंत्र है। हुण सपोज करो, मैं छोटी जी गल कर रहा, एक पासे वो लोग ने जिहड़े शरणार्थी, जिहड़े देश छड्ड के जा रहे ने, उन्हां दी हैल्प कर रहे ने, उन्हां नूं कुछ खाण नूं दे रहे ने, कर रहे ने मदद। भावें खालसा एड वालियां दे कुछ खास बंदे पहुँच गए ने, होर भी कर रहे हैं, उत्थों दे लोग भी करते हैं, साडे होर भी करन वाले, मदद करन वाले। हुण एक वो लोग ने जिहड़े उत्थों भजा रहे हैं, हैगे वो भी बंदे ने, हैगे वो भी बंदे ने। फर्क की है? फर्क यह है जिन्हां कोले रब्बी निज़ाम है, जिन्हां कोले किसी दा दर्द है। असलीयत विच ये नाम आ, किसी दा दर्द देख के अपना दर्द महसूस हो गए, आ असलीयत इंसानियत है। दूजे दा दर्द देख के, जिहड़ा दूजे दा दर्द देख के खुश होंदा है, वो रब नाल प्यार नहीं कर सकदा। दर्द देख, दूजे दा दर्द देख के खुश होवे, जिहड़ा दर्द देख के दर्द वंडावे, ये गुरु नानक सानू दस रहा, भाई दूजे दा भला कर, परोपकार कर, दया जाने जी की किछ पुन दान करे। तो ये करके वो फिर दुखी नहीं हुंदे। निध निधान हर अमृत पूरे, तह बाजे नानक अनहद तूरे। निध निधान हर अमृत पूरे, उन्हां कोले नाम दा खजाना हुंदा है, अमृत दा खजाना हुंदा। ये अमृत की है, ये नाम की है? ये है रब्बी गुणां दा खजाना। सुख निधान महाराज कहंदे, प्रीतम प्रभ मेरे अगणित गुण ठाकुर प्रभ तेरे। ये परमात्मा दे रब्बी गुणां दा खजाना ही अमृत है, यही नाम है, यही गुरु ने सानू सिखाया है। मैं सवेरे भी कह रहा सी ना भी बाबे नानक ने की किया, भाई मैं भुखे नूं रोटी खवाउणी है, तो भुखे नूं रोटी खवाउणी नाम ही है उहदा। यही है, यही अमृत है, यही दया है, यही स्वर्ग है। तो जिहड़ा ये दूजे दी खोणी है, ये नरक तो बड़ा होर की नरक हो सकता है। ये जद जे भी किते जीवन इस तरह जीना आ जाए, इस तरीके नाल रहना आ जाए, ये गुणां नाल ही, तो फिर भगती बन जाती है। इनू क्या ना भी बिन गुण कीते भगत ना, जो गुण ही कोले नहीं, भगती की करी जा राम राम जिन्ना मर्जी। फिर वही रात वाली गल भी राम राम सारे कहते, राम ना पाया रब नहीं मिलता। एवें रब मिलता रब्बी गुणा करके है, रब मिलता है उसदे दिते हुए उपदेश करके है, रब मिलता है रब की लैंग्वेज करके है, रब तां मिलता है। रब दे मिलण दे गुण ने भाई, वो गुणां नूं धारण करना है। जिहड़े गुण कोले ने साहिब कहंदे फिर वो परमेश्वर दे नाल जुड़े रहिंदे ने, वो नरकां दे भागी नहीं हैं। तो इस करके गुरपूरे उपदेशिया नरक नाही साध संग। जिन्हां ने साध संग दे विच उपदेश मिल जाता है, फिर वो नरकां दे विच नहीं जाते। इन्हें एक वचन प्रवान करने साहिब महाराज कृपा करन, इन आलमी बाकां तो सानूं भी चंगेरी सिक्ख्या मिले, ताकि साडा भी ये लोग सुखीए
पर लोग सुहेला सके। गुरु चरणों 'ਚ यही बेनती करी सच्चे पातशाह असी भी वो गुणां दे करके परमेश्वर दे नाल जुड़ सकीए, ਤਾਂ ही साडा जीवन सफल है। तो गुरु तेग बहादुर दे बोल याद रखा करो। महाराज कहते सी भाई गुण गोबिंद गायो नहीं, फिर की होएगा? जन्म अकारथ एवं गुण गोबिंद गायो नहीं, गुण गोबिंद गायो नहीं। जन्म अकारथ कीन, जन्म अकारथ कीन, गुण गोबिंद गायो नहीं, गुण गोबिंद गायो नहीं। भुला न चितारनी, सब प्रेम फतेह बुलाउणी। वाहिगुरु जी का खालसा, वाहिगुरु जी की फतेह।